ਪੈਨਸ਼ਨ 2000 ਕਰਨ ਦੀ ਗੱਲ ਸੀ ਉਹ ਨਹੀਂ ਦਿੱਤੀ। ਲੋਕਾਂ ਦੇ ਆਟੇ ਦਾਲ ਦੇ ਕਾਟ ਕੱਢਤੇ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਡਿਵੈਲਪਮੈਂਟ ਨੂੰ ਨਾਲ ਲੈ ਕੇ ਸਿਰਫ ਤੇ ਸਿਰਫ ਅੱਜ ਧੱਕੇਸ਼ਾਹੀ ਦੇ ਬਲ ਤੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ। MLA ਸਾਹਿਬ ਨੇ ਇੱਥੋਂ ਦਿਆਂ ਨੇ ਜ਼ੋਰ ਮਾਰ ਲਿਆ ਕਿ ਕਾਗਜ਼ ਕੱਟੇ ਜਾਣ, ਕਾਗਜ਼ ਸ਼੍ਰੋਮਣੀ ਅਕਾਲੀ ਦਲ ਦੇ ਰੱਦ ਹੋ ਜਾਣ। ਇਹ ਕੈਪਟਨ ਅਮਰਿੰਦਰ ਸਿੰਘ ਦਾ ਇਸੇ ਤਰ੍ਹਾਂ ਜੋ ਮਹਿੰਗਾਈ ਦਾ ਹਿਸਾਬ ਕਿਤਾਬ ਕੀਤਾ ਹੋਇਆ, ਭਾਵੇਂ ਉਹ ਬਿਜਲੀ ਦੇ ਰੇਟ ਹੈ, ਭਾਵੇਂ ਉਹ ਤੇਲ ਦੀਆਂ ਟੈਕਸ ਲਾ ਕੇ ਜਿਹੜੀ ਵਸੂਲੀ ਹੈ, ਇਹ ਸਾਰੀ ਚੀਜ਼ਾਂ ਨੂੰ ਜੇ ਕਾਂਗਰਸ ਨੂੰ ਸਬਕ ਸਿਖਾਉਣਾ ਤੇ ਇਸ ਵੇਲੇ ਜੰਡਿਆਲੀ ਜਿਹੜੀ ਕਸਬੇ ਦੀ ਚੋਣ ਹੈ ਉਹਦੇ 'ਚ ਕਾਂਗਰਸ ਨੂੰ ਚੱਲਦਾ ਕਰੋ। विक्रम सिंह मजीठिया जंडियाला गुरु में नगर चुनाव में प्रचार के लिए पहुंचे। मजीठिया ने कहा कि गुटखा साहिब हाथ में पकड़कर झूठी कसम खाई थी। कैप्टन ने युवाओं को रोजगार देने के झूठे वादे किए। नगर परिषद चुनाव के साथ ही अब हर राजनीतिक दल सक्रिय हो गया है, जिसके कारण श्रोमणी अकाली दल से विक्रम सिंह मजीठिया खुद मैदान में उतरे और अमृतसर के जंडियाला गुरु निवार्चन क्षेत्र में जंडियाला गुरु के बाजारों में अपने उम्मीदवारों के लिए वोट मांगने के लिए गए। विक्रम सिंह मजीठिया ने यहाँ पत्रकारों से बात करते हुए कहा कि लोग कांग्रेस सरकार से बहुत परेशान थे। कैप्टन अमरिंदर सिंह ने 2017 के चुनावों से पहले पंजाब के लोगों से वादा किया था कि मैं हर व्यक्ति को नौकरी दूंगा, लेकिन 4 साल बाद भी आज तक किसी को नौकरी नहीं मिली है, जिसके बाद लोग अब कांग्रेस सरकार से बहुत नाराज दिख रहे हैं। उन्होंने कहा कि लोग अब श्रोमणी अकाली दल को फिर से सत्ता में देखना चाहते हैं। किसानों की ओर से बोलते हुए उन्होंने कहा, इस बार के नगर परिषद चुनावों में श्रोमणी अकाली दल एक बड़ी बढ़त के साथ जीत दिलाएगी। नरेंद्र तोमर को किसान चरमपंथी के रूप में देखा जाता था और अब तक 100 से अधिक मौतें हो चुकी हैं। दिल्ली की सीमा पर और केंद्र सरकार को अब कानून को रद्द करना चाहिए। देखो इलेक्शन लोगों की इलेक्शन है। 5 साल अज 4 साल पूरे हो गए हैं। 4 साल कांग्रेस पार्टी के लीडर ने और खास तौर पर इतों के MLA ने घर घर फॉर्म भराए सी, घर घर नौकरी की ना तो घर घर नौकरी का कुछ बनया। बत्ती के रेट बिजली के अज 9 रुपए यूनिट हो गए हैं। लोगों को बहुत वड्डी महंगाई का सामना करना पै रहा। इस तरह डीजल पेट्रोल के दामां ते टैक्स ला के ਉਹਦੀ बहुत वड्डी वसूली हो रही है। लोगों को बोझ पै रहा। ਜਿਹੜੇ शगन के चैक सन ਜਿਹੜਾ 51,000 ਕਰਨ ਦੀ ਗੱਲ ਸੀ 4 ਸਾਲ ਉਹ ਟਪਾਤੇ। ਪੈਨਸ਼ਨ 2000 ਕਰਨ ਦੀ ਗੱਲ ਸੀ ਉਹ ਨਹੀਂ ਦਿੱਤੀ। ਲੋਕਾਂ ਦੇ ਆਟੇ ਦਾਲ ਦੇ ਕਾਟ ਕੱਢਤੇ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਡਿਵੈਲਪਮੈਂਟ ਨੂੰ ਨਾਲ ਲੈ ਕੇ ਸਿਰਫ ਤੇ ਸਿਰਫ ਅੱਜ ਧੱਕੇਸ਼ਾਹੀ ਦੇ ਬਲ ਤੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ। MLA ਸਾਹਿਬ ਨੇ ਇੱਥੋਂ ਦਿਆਂ ਨੇ ਜ਼ੋਰ ਮਾਰ ਲਿਆ ਕਿ ਕਾਗਜ਼ ਕੱਟੇ ਜਾਣ, ਕਾਗਜ਼ ਸ਼੍ਰੋਮਣੀ ਅਕਾਲੀ ਦਲ ਦੇ ਰੱਦ ਹੋ ਜਾਣ। ਮੈਂ ਧੰਨਵਾਦੀ ਹਾਂ ਉਹਨਾਂ ਅਫਸਰਾਂ ਦਾ ਜਿਨ੍ਹਾਂ ਨੇ ਸਹੀ ਕੰਮ ਕੀਤਾ। ਮੈਂ ਅੱਜ ਵੀ ਲੋਕਾਂ ਨੂੰ ਅਪੀਲ ਇਹ ਕਰਦਾ ਕਿ ਇਹ ਇਲੈਕਸ਼ਨ ਕਿਸੇ ਹੋਰ ਦੀ ਨਹੀਂ, ਇਹ ਇਲੈਕਸ਼ਨ ਤੁਹਾਡੇ ਇਨਸਾਫ ਦੀ ਹੈ, ਤੁਹਾਡੇ ਭਲੇ ਦੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਦਾ ਇਸੇ ਤਰ੍ਹਾਂ ਜੋ ਮਹਿੰਗਾਈ ਦਾ ਹਿਸਾਬ ਕਿਤਾਬ ਕੀਤਾ ਹੋਇਆ, ਭਾਵੇਂ ਉਹ ਬਿਜਲੀ ਦੇ ਰੇਟ ਹੈ, ਭਾਵੇਂ ਉਹ ਤੇਲ ਦੀਆਂ ਟੈਕਸ ਲਾ ਕੇ ਜਿਹੜੀ ਵਸੂਲੀ ਹੈ, ਇਹ ਸਾਰੀ ਚੀਜ਼ਾਂ ਨੂੰ ਜੇ ਕਾਂਗਰਸ ਨੂੰ ਸਬਕ ਸਿਖਾਉਣਾ ਤੇ ਇਸ ਵੇਲੇ ਜੰਡਿਆਲੀ ਜਿਹੜੀ ਕਸਬੇ ਦੀ ਚੋਣ ਹੈ ਉਹਦੇ 'ਚ ਕਾਂਗਰਸ ਨੂੰ ਚੱਲਦਾ ਕਰੋ। ਤੇ ਮੈਂ ਸਮਝਦਾ ਮੁੱਠੀ ਗਿਣਤੀ ਕਾਂਗਰਸ ਸਰਕਾਰ ਦੀ ਫਿਰ ਇੱਥੋਂ ਸ਼ੁਰੂ ਹੋ ਜਾਏ। ਸਰ ਗੱਲ ਕਰੀਏ ਕਿਸਾਨੀ ਦੀ ਤੇ ਤੋਮਰ ਸਾਹਿਬ ਕਹਿ ਰਹੇ ਕੁਛ ਹੀ ਸੂਬਿਆਂ ਦਾ ਹੋਣਾ ਅੰਦੋਲਨ ਰਹਿ ਗਿਆ ਤੇ ਗਲਤਫਹਿਮੀ ਦੇ ਸ਼ਿਕਾਰ ਨੇ ਕਿਸਾਨ ਸਾਰੇ। ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਦੀ ਗੱਲ ਹੈ ਜੀ, ਕੁਝ ਸੂਬਿਆਂ ਦਾ ਕਿੱਥੋਂ ਰਹਿ ਗਿਆ। ਤੋਮਰ ਸਾਹਿਬ ਨੇ ਅੱਜ ਦੇ ਨਹੀਂ ਪਹਿਲੇ ਦਿਨ ਤੋਂ ਕਦੇ ਇਹਨਾਂ ਨੂੰ ਵਿਚੋਲੀਆ ਕਹਿ ਦੇਣਾ, ਕਦੇ ਨਕਸਲ ਕਹਿ ਦੇਣਾ, ਕਦੇ ਪਾਕਿਸਤਾਨ ਤੇ ਚਾਈਨਾ ਦੇ ਏਜੰਟ ਦੱਸ ਦੇਣਾ, ਕਦੇ ਇਹਨਾਂ ਨੂੰ ਖਾੜਕੂ ਕਹਿ ਦੇਣਾ, ਕਦੇ ਖਾਲਿਸਤਾਨੀ ਕਹਿ ਦੇਣਾ। ਹਰ ਤਰੀਕੇ ਨਾਲ ਬਦਨਾਮ ਕਰਨ ਦੀ ਕਿਸਾਨਾਂ ਨੂੰ ਕੋਸ਼ਿਸ਼ ਕਰ ਰਹੀ ਹੈ। ਜਦ ਸਾਰਾ ਕੁਝ ਫੇਲ ਹੋ ਗਿਆ ਤੇ ਹੁਣ ਕੁਝ ਸੂਬਿਆਂ ਤੇ ਰਹਿ ਗਿਆ। एडी वड्डी गिनती च लोग दिल्ली घेर के बैठे आ, 100 के नेड़े तेड़े लोग शहीद हो गए हैं। तो बड़े अफसोस की गल है
ਕਿ ਇਹ ਦੇਸ਼ ਦੇ ਕਿਸਾਨਾਂ ਦੇ ਦਰਦ ਨੂੰ ਅੱਜ ਤੱਕ ਭਾਜਪਾ ਸਮਝ ਨਹੀਂ ਪਾ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਕਿਹਾ ਵਾ ਵੀ ਕਿਸਾਨਾਂ ਨੂੰ ਬਾਰੇ ਸੋਚਣਾ ਨਹੀਂ, ਅੱਗੇ ਬਾਰੇ ਸੋਚੋ। ਹਾਂਜੀ, ਕਿਸਾਨਾਂ ਬਾਰੇ ਨਹੀਂ ਹੁਣ ਸੋਚਣਾ, ਅਗਲੇ ਹੋਰ ਬਾਰੇ ਸੋਚੋ ਕੋਈ। ਚਲੋ ਫਿਰ ਜਵਾਬ ਹੈ ਨਾ ਜੀ, ਜੋ ਭਾਜਪਾ ਦੀ ਅਸਲ ਮਨਸ਼ਾ ਉਹ ਤਾਂ ਪਹਿਲੇ ਦਿਨ ਤੋਂ ਸਾਫ਼ ਹੈ। ਜੇ ਪ੍ਰਧਾਨ ਮੰਤਰੀ ਸਾਹਿਬ ਇੰਡੋਨੇਸ਼ੀਆ 'ਚ ਜਹਾਜ਼ ਡਿੱਗਦਾ ਉਹਦਾ ਅਫਸੋਸ ਕਰ ਸਕਦੇ ਆ, ਠੀਕ ਹੈ, ਕਰਨਾ ਚਾਹੀਦਾ, ਤੇ 100 ਤੋਂ ਵੱਧ ਉਹਨਾਂ ਦਾ ਆਪਦਾ ਕਿਸਾਨ ਇੱਥੇ ਸ਼ਹੀਦ ਹੋ ਗਿਆ, ਉਹਦਾ ਤਾਂ ਅੱਜ ਤੱਕ ਅਫਸੋਸ ਨਹੀਂ ਕੀਤਾ। ਇੰਟਰਨੈਸ਼ਨਲੀ ਰਾਸ਼ਟਰਪਤੀ, ਪ੍ਰਾਈਮ ਮਿਨਿਸਟਰ, ਮੈਂਬਰ ਪਾਰਲੀਮੈਂਟ, UN, ਹਰ ਏਜੰਸੀ ਨੇ, ਹਰ ਬੋਡੀ ਨੇ, ਮਤਲਬ ਜੋ ਦੇਸ਼ 'ਚ ਅੱਜ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਕਿਸਾਨਾਂ ਨਾਲ, ਦੇਸ਼ ਦੇ ਅੰਨਦਾਤਾ ਦੇ ਨਾਲ ਜੋ ਧੱਕੇਸ਼ਾਹੀ ਹੋ ਰਹੀ ਹੈ, ਉਹਦੇ ਵਾਸਤੇ ਕੰਡੈਮ ਕੀਤਾ ਔਰ ਇੱਕ ਪੀਸਫੁਲ ਪ੍ਰੋਟੈਸਟ ਨੂੰ ਜਿਸ ਤਰੀਕੇ ਨਾਲ ਬਦਨਾਮ ਕਰਨ ਦੀ ਸਰਕਾਰ ਦੀ ਏਜੰਸੀਆਂ ਕੋਸ਼ਿਸ਼ ਕਰ ਰਹੀਆਂ, ਉਹਦੇ ਬਾਰੇ ਚਿੰਤਾ ਜਤਾਈ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਹਲੇ ਵੀ ਆਪਣੇ ਲੋਕਾਂ ਪ੍ਰਤੀ ਇਹ ਜਿਹਾ ਰਵੱਈਆ। ਸਰ 100-150 ਬੰਦਾ ਗੈਪ ਉੱਥੋਂ ਹੋ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਉਹ ਕਹਿ ਰਿਹਾ ਜੀ, 100-150 ਬੰਦਾ ਮਸਾ ਹੀ ਇਹ ਲਿਸਟਾਂ ਆਪਣੇ ਲੈਵਲ ਤੇ ਸਾਰੇ ਲੋਕਾਂ ਨੇ ਇਕੱਠੀਆਂ ਕੀਤੀਆਂ ਨੇ। ਹਲੇ ਵੀ 20 ਬੰਦਿਆਂ ਦਾ ਪਤਾ ਹੀ ਨਹੀਂ ਲੱਗ ਰਿਹਾ, 19 ਬੰਦਿਆਂ ਦਾ ਕਿ ਉਹ ਗਏ ਕਿੱਥੇ ਆ, ਕਿਉਂਕਿ ਪੁਲਿਸ ਦੇ ਰਿਕਾਰਡ 'ਚ ਕੱਲੇ ਜਿਹੜੀ ਲਿਸਟ ਆਈ ਹਲੇ ਵੀ ਉਹਨੂੰ ਛੱਡ ਕੇ 19 ਮਿਸਿੰਗ ਹੈ। ਸੋ ਇਹ ਸਟੇਟ ਦਾ ਤਸ਼ੱਦਦ ਹੈ, ਸਰਕਾਰ ਦਾ, ਸੈਂਟਰ ਦੀ ਸਰਕਾਰ ਦਾ ਇਹ ਤਸ਼ੱਦਦ ਹੈ ਔਰ ਪੀਸਫੁਲ ਅੰਦੋਲਨ ਨੂੰ ਫੇਲ ਕਰਨ ਦੀਆਂ ਸਾਜ਼ਿਸ਼ਾਂ ਨੇ। ਮਗਰ ਇਸ ਤਰ੍ਹਾਂ ਕੋਈ ਦਬਨ ਵਾਲਾ ਨਹੀਂ ਜਾਂ ਪਿੱਛੇ ਹਟਣ ਵਾਲਾ ਨਹੀਂ। ਭਾਈਚਾਰਕ ਸਾਂਝ ਨੂੰ ਟਕੈਤ ਸਾਹਿਬ ਨੇ ਸਾਰਿਆਂ ਨੇ ਇਕੱਠੇ ਹੋ ਕੇ UP, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼, ਉੜੀਸਾ, ਸਾਰੇ ਕਿਸਾਨ ਇਕੱਠੇ ਹੋ ਗਏ ਆ ਔਰ ਇਹ ਆਰ-ਪਾਰ ਦੀ ਲੜਾਈ ਹੈ। ਇਹਨਾਂ ਚੋਣਾਂ ਸੰਬੰਧੀ ਜਿਹੜਾ ਨਗਰ ਕੌਂਸਲ ਚੋਣਾਂ ਸੰਬੰਧੀ ਜੀ ਪੰਜਾਬ ਸਰਕਾਰ ਦਾ ਕੀ ਪ੍ਰਧਾਨ ਮੰਤਰੀ ਦਾ ਕਹਿਣਾ ਕਿ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਸਾਹਿਬ ਗੁੰਮਰਾਹ ਹੋ ਸਕਦੇ ਆ, ਦੇਸ਼ ਪੰਜਾਬੀ ਕਦੇ ਗੁੰਮਰਾਹ ਨਹੀਂ ਹੋ ਸਕਦੇ। ਜਿਹੜੇ ਦੇਸ਼ ਲਈ ਐਡੀ ਵੱਡੀ ਕੁਰਬਾਨੀ ਦੇ ਸਕਦੇ ਆ, ਦੇਸ਼ ਲਈ ਮਰ ਮਿਟ ਸਕਦੇ ਆ, ਹੁਣ ਵੀ ਗਲਵਾਨ 'ਚ ਗੁੰਮਰਾਹ ਹੋਏ, ਸ਼ਹਾਦਤ ਦਿੱਤੀ ਪੰਜਾਬੀਆਂ ਨੇ। ਇਸ ਲਈ ਗੁੰਮਰਾਹ ਪ੍ਰਧਾਨ ਮੰਤਰੀ ਸਾਹਿਬ ਤੇ ਉਹਨਾਂ ਦੀ ਭਾਜਪਾ ਹੋ ਰਹੀ ਹੈ। ਪੰਜਾਬੀ ਕਦੇ ਗੁੰਮਰਾਹ ਹੋ ਹੀ ਨਹੀਂ ਸਕਦਾ। भारत टाइम्स के लिए जंडियाला गुरु से प्रदीप जैन की रिपोर्ट।